सरदार ਤਰਲੋਕ ਸਿੰਘ ਆਰਟਿਸਟ ਨੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਿਤ ਬਹੁਤ ਖੂਬਸੂਰਤ ਚਿੱਤਰ ਬਣਾਏ ਨੇ। ਉਹਨਾਂ ਨੇ ਜਿੱਥੇ ਰੀਅਲ ਪੇਂਟਿੰਗ ਦੇ ਵਿੱਚ ਕੰਮ ਕੀਤਾ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਸ ਕਰਕੇ ਸਿੱਖ ਫਿਲਾਸਫੀ ਨਾਲ ਸੰਬੰਧਿਤ ਬਹੁਤ ਵਧੀਆ ਪੇਂਟਿੰਗ ਸਾਨੂੰ ਦਿੱਤੀਆਂ ਨੇ। ਉਹਨਾਂ ਦੀਆਂ ਪੇਂਟਿੰਗ ਭਾਈ ਕਾਨ ਸਿੰਘ ਨਾਭਾ ਵੱਲੋਂ ਬਣਾਏ ਮਹਾਨ ਕੋਸ਼ ਦੇ ਵਿੱਚ ਵੀ ਦਰਜ ਨੇ। ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਵੀ ਇਹਨਾਂ ਵੱਲੋਂ ਹੀ ਡਿਜ਼ਾਈਨ ਕੀਤਾ ਗਿਆ। ਇਹਨਾਂ ਪੇਂਟਿੰਗ ਦੀ ਖਾਸ ਕਰਕੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸੰਬੰਧਿਤ ਚਿੱਤਰਾਂ ਦੀ ਇੱਕ ਪ੍ਰਦਰਸ਼ਨੀ ਗੁਰੂ ਗੋਬਿੰਦ ਸਿੰਘ ਭਵਨ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਲਗਾਈ ਗਈ ਹੈ। ਪ੍ਰਦਰਸ਼ਨੀ ਦਾ ਸਾਰਾ ਜਿਹੜਾ ਕੰਮ ਹੈ ਉਹ ਸਰਦਾਰ ਤਰਲੋਕ ਸਿੰਘ ਦੇ ਸਪੁੱਤਰ ਜਤਿੰਦਰ ਸਿੰਘ ਜੀ ਨੇ ਕੀਤਾ। ਇਹਨਾਂ ਚਿੱਤਰਾਂ ਦੇ ਬਾਰੇ ਜਾਣਕਾਰੀ ਵੀ ਸਾਨੂੰ ਸਰਦਾਰ ਜਤਿੰਦਰ ਸਿੰਘ ਜੀ ਦੇ ਰਹੇ ਨੇ। ਅੱਜ ਮੈਂ ਬਹੁਤ ਧੰਨਵਾਦ ਹਾਂ ਇਹਨਾਂ ਗੁਰੂ ਗੋਬਿੰਦ ਸਿੰਘ ਭਵਨ ਦਾ ਅਤੇ ਭਵਨ ਦੇ ਵਿੱਚ ਉਹਨਾਂ ਦੇ ਹੈੱਡ ਆਫ ਸਾਹਿਬ ਗੁਰਮੇਲ ਸਿੰਘ ਜੀ ਦਾ, ਅਤੇ ਉਹਨਾਂ ਨੇ ਜੋ ਇਹ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਆਪਣਾ ਸਿੱਖ ਸਾਜਨਾ ਦਿਵਸ 'ਤੇ ਸਭ ਦੀਆਂ ਮੁਬਾਰਕਬਾਦ ਹੀ ਬਹੁਤ ਨੇ, ਸਭ ਨੂੰ ਮੁਬਾਰਕਬਾਦ ਹੈ। ਉਹਦੇ ਨਾਲ ਜੋ ਮੈਨੂੰ ਐਗਜੀਬਿਸ਼ਨ ਵਾਸਤੇ ਡਾਕਟਰ ਗੁਰਮੀਤ ਸਿੰਘ ਜੀ ਨੇ ਅਤੇ ਜੋ ਹੈੱਡ ਨੇ ਆਪਣਾ ਗੁਰੂ ਗੋਬਿੰਦ ਸਿੰਘ ਚੇਅਰ ਦੇ, ਉਹਨਾਂ ਨੇ ਕਿਹਾ ਕਿ ਵੀ ਤੁਸੀਂ ਲਗਾਉਣੀ ਹੈ। ਮੈਂ ਉਹਨਾਂ ਦੇ ਨਿਸ਼ਚਿਤ ਦੇ ਫਾਦਰ ਸਾਹਿਬ ਦੀਆਂ ਪੇਂਟਿੰਗ ਨੇ। ਇਹਨੂੰ ਵੀ ਉਹਨਾਂ ਦੀ ਡੈਥ ਹੋਈ ਨੂੰ ਵੀ 30 ਸਾਲ ਨੇ। ਕੁਛ ਪੇਂਟਿੰਗ ਮੇਰੇ ਕੋਲ ਇੱਦਾਂ ਦੀਆਂ ਨੇ ਜਿਹੜੀਆਂ 1947 ਤੋਂ ਪਹਿਲਾਂ ਦੀਆਂ ਵੀ ਨੇ, 47 ਤੋਂ ਬਾਅਦ ਦੀਆਂ ਵੀ ਨੇ। ਅੱਜ ਮਤਲਬ ਕਿ ਮੈਨੂੰ ਬਹੁਤ ਖੁਸ਼ੀ ਹੈ। ਇਹਦੇ ਨਾਲ ਹੀ ਮੈਂ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਹੈਗਾ ਇਹ ਜਿਹੜਾ 1966 'ਚ ਬਣਿਆ, ਇਹ ਵੀ ਮੈਂ ਇਹਨਾਂ ਨੂੰ ਭੇਂਟ ਕਰਨਾ ਹੈਗਾ। ਅਤੇ ਉਹਦੇ ਨਾਲ ਹੀ ਇੱਕ ਸੈਯਦ ਬਾਦਸ਼ਾਹ ਜਿਹੜੀ 1960 ਦੇ ਵਿੱਚ ਇਹ ਲੈਂਗੁਏਜ ਡਿਪਾਰਟਮੈਂਟ ਛਪਾਈ ਸੀ, ਉਹ ਵੀ ਮੈਂ ਅੱਜ ਇਹਨਾਂ ਨੂੰ ਭੇਂਟ ਕੀਤੀ ਹੈ ਇੱਥੇ ਲਗਾਉਣ ਵਾਸਤੇ, ਅਤੇ ਲਾਇਬ੍ਰੇਰੀ ਵਾਸਤੇ ਵੀ ਇਹਨਾਂ ਨੂੰ ਇੱਕ ਭੇਂਟ ਕਰ ਰਿਹਾ। ਇਹਦੇ ਨਾਲ ਹੀ ਮੈਂ ਦੋ ਸ਼ਬਦ ਕਹਿੰਦਾ, ਮੈਂ ਸਭ ਨੂੰ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਮਾਛੀਵਾੜੇ ਦਾ ਹੈਗਾ। ਇੱਥੇ ਤਰਲੋਕ ਸਿੰਘ ਜਿਹੜੇ ਚਿੱਤਰਕਾਰ ਨੇ 1945 ਦੇ ਵਿੱਚ ਆਨੰਦਪੁਰ ਸਾਹਿਬ ਤੋਂ ਲੁਧਿਆਣੇ ਤੱਕ ਸਾਈਕਲ 'ਤੇ ਗਏ ਸੀ। ਸਾਰੇ ਜਿਹੜੀਆਂ ਜੜੀਆਂ ਬੂਟੀਆਂ ਸਾਰੀਆਂ ਉਸੇ ਟਾਈਪ ਦੀਆਂ ਨੇ ਦਿਖਾਈਆਂ ਗਈਆਂ ਨੇ। ਅਤੇ ਇਹ ਉੱਥੇ ਇਹਨਾਂ ਦੇ ਉਹ 'ਤੇ ਵੀ ਲਿਖਿਆ ਦੇਗ ਤੇਗ ਫਤਿਹ। ਇਹ ਵੀ ਇਹਨਾਂ ਨੇ ਉਰਦੂ ਦੇ ਵਿੱਚ ਔਰ ਪਰਸ਼ੀਅਨ ਦੇ ਵਿੱਚ ਲਿਖਿਆ ਗਿਆ ਹੈਗਾ, ਅਤੇ ਉਹ ਆਪਣਾ ਇੱਕ ਸਟੇਜ ਦਿਖਾਈ ਗਈ ਹੈ। ਇਹਦੇ ਨੀਚੇ ਜਿਹੜਾ ਹੁਣ ਅੱਜ ਸ਼ਬਦ ਦਿੱਤਾ ਹੈ, ਇਹਦੇ 'ਚ ਫਿਲਾਸਫੀ ਦੱਸੀ ਗਈ ਹੈ ਗੁਰੂ ਗੋਬਿੰਦ ਸਿੰਘ ਦੀ ਜੀ। ਵਿਦਿਆ ਵਿਜੇ ਬਿਨੇ ਬੀਵਤਾ ਵਾਹ ਵਾਹ ਵਾਹ। ਅਤੇ ਤੁਹਾਡੇ ਕੋਲ ਵਿਦਿਆ ਹੋਣੀ ਚਾਹੀਦੀ ਹੈ, ਵਿਜੇ ਵਾਸਤੇ ਨਿਸ਼ਚਾ ਵੀ ਹੋਣਾ ਚਾਹੀਦਾ ਹੈ, ਵਿਨੇ ਵੀ ਨਿਮਰਤਾ ਹੋਣੀ ਚਾਹੀਦੀ ਹੈ, ਅਤੇ ਬੀਵਤਾ ਦਾ ਤੁਹਾਡੇ ਕੋਲ ਸੰਕਲਪ ਹੋਣਾ ਚਾਹੀਦਾ ਹੈ। ਇਹਦੇ ਨਾਲ ਹੀ ਹੈ ਨਿਸ਼ਚੇ ਕਰ, ਮੈਂ ਨਿਸ਼ਚੇ ਕਰ ਆਪਣੀ ਜੀਤ ਕਰੂੰ। ਨਿਸ਼ਚਾ ਵੀ ਤੁਹਾਡਾ ਡਿਟਰਮੀਨੇਸ਼ਨ ਵੀ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਜਿੱਤ ਪ੍ਰਾਪਤ ਕਰਨੀ ਹੈ। ਗਰੀਬਲ ਸ਼ਿਕਸ਼ਤੇ ਗਰੀਬਲ ਪਰਸਤੇ, ਇਹ ਵੀ ਇੱਕ ਕੰਸੈਪਟ ਉਹਨਾਂ ਨੇ ਇਸੇ ਵਿੱਚ ਹੀ ਦਿਖਾਇਆ ਹੈਗਾ। ਅਤੇ ਵਿੱਚ ਜਿਹੜਾ ਇਹਨੇ ਦਿਖਾਇਆ ਇਹਨਾਂ ਗੁਰੂ ਨਾਨਕ ਦਾ ਕੰਸੈਪਟ ਹੈ, ਕਿਤੇ ਤੁਸੀਂ ਮੰਗਣ ਨਹੀਂ ਜਾਣਾ, ਕਾਲ ਖਾਏ ਕੁਛ ਆਦੇ ਨਾਨਕ ਰਾਹ ਪਛਾਣੇ ਸੋਏ, ਕਿ ਵੀ ਤੁਸੀਂ ਮਿਹਨਤ ਕਰਨੀ ਹੈ, ਕੁਛ ਚੈਰਿਟੀ ਦੇ ਵਿੱਚ ਦੇਣਾ, ਤਾਂ ਤੁਸੀਂ ਗੁਰੂ ਨਾਨਕ ਦਾ ਜਿਹੜਾ ਰਸਤਾ ਪਹਿਚਾਣਦੇ ਹੋਗੇ। ਇਹਦੋਂ ਨੀਚੇ ਹੈਗੀ ਹੈ ਗੁਰੂ ਤੇਗ ਬਹਾਦਰ ਸਾਹਿਬ ਸ੍ਰਿਸ਼ਟੀ ਦੀ ਚਾਦਰ। ਉਹਨਾਂ ਦਾ ਆਪਣਾ ਇੱਕ ਵਿਊ ਸੀਗਾ ਕਿ ਵੀ ਜਦੋਂ ਵੀ ਕੋਈ ਮਹਾਤਮਾ ਜਾਂ ਵੱਡੇ ਪੁਰਸ਼ ਬੈਠਦੇ ਨੇ, ਜੇ ਪਹੁੰਚੇ ਬੰਦੇ ਨੇ, ਉਹ ਹਮੇਸ਼ਾ ਵੀਰ ਆਸਨ ਦੇ ਵਿੱਚ ਬੈਠਦੇ ਨੇ। ਵੀਰ ਆਸਨ 'ਚ ਬੈਠ ਕੇ ਉਹ ਆਪਣੇ ਸੰਕਲਪ ਨੂੰ, ਆਪਣੀ ਡਿਟਰਮੀਨੇਸ਼ਨ ਉਹਨਾਂ ਵਾਸਤੇ ਦੱਸਦੇ ਨੇ। ਇਹ ਉਸ ਦਾ ਸੀਨ ਹੈ ਕਿ ਵੀ ਉਸ ਟਾਈਮ ਮਤਲਬ ਕਿ ਨੀਚੇ ਬੈਠ ਕੇ ਪਰਮਾਤਮਾ ਨਾਲ ਲੈ ਕੇ ਉਹਨਾਂ ਨੇ ਸਾਰੀ ਡਿਸਕਸ਼ਨ ਕੀਤੀ ਹੈ। ਦੂਜਾ ਹੈਗਾ ਰੰਗ ਰੇਟੇ ਗੁਰੂ ਕੇ ਬੇਟੇ ਤੇਗ ਬਹਾਦਰ ਕੇ ਚਲਤ ਪਿਓ ਜਗਤ ਕੋ ਸੋਕ ਹੈ ਜਗ ਪਿਓ ਜੈ ਜੈ ਸੁਰਲੋਕ। ਇਹ ਇੱਥੇ ਜਿਹੜਾ ਹੈਗਾ ਉਹਨਾਂ ਨੇ ਰੰਗੇਟੇ ਦਾ ਦਿਖਾਇਆ, ਅਤੇ ਇਹਦੇ ਵਿੱਚ ਜੋ ਵੀ ਪੱਤੇ ਜਾਂ ਹੈ ਇਹ ਸਾਰੇ ਆਪਣੇ ਦੇਸੀ ਪੱਤੇ ਨੇ ਜਦੋਂ ਉਹਦੇ ਹੁੰਦੇ ਸੀਗੇ, ਜਾਂ ਜੋ ਵੀ ਜੜੀਆਂ ਬੂਟੀਆਂ ਦਿਖਾਏ ਉਹਦੇ ਉੱਤੇ ਲਿਖਿਆ ਹੈ ਜੈ ਜੈ। ਇੱਥੇ ਲਿਖਿਆ ਹੈ ਨੀਚੇ ਹੈ ਲਿਖਿਆ, ਸਾਨੂੰ ਸੱਪ ਵਾਂਗੂ ਹੀ ਦਿਖਾਇਆ ਕਿ ਤਣੇ ਵਿੱਚ ਅਸੀਂ ਸੱਪ ਵਾਂਗੂ ਜੇ ਡਸ ਮਾਰਨ ਨੂੰ ਵੀ ਬੈਠੇ ਹਾਂ, ਉਹ ਸਾਰਾ ਸੀਨ ਇਹਦੇ 'ਚ ਦਿਖਾਇਆ ਗਿਆ ਹੈਗਾ। ਇਹ ਤੋਂ ਬਾਅਦ ਇਹ ਹੈਗਾ ਉੱਚਦੇ ਪੀਰ। ਇੱਥੇ ਜਦੋਂ ਮਾਛੀਵਾੜੇ ਤੋਂ ਨਿਕਲੇ ਤਾਂ ਗਨੀ ਖਾਂ ਮਨੀ ਖਾਨ ਜੀ ਨੇ ਇਹਨਾਂ ਦੀ ਬਹੁਤ ਮਦਦ ਕੀਤੀ ਸੀ, ਅਤੇ ਭਾਈ ਮਾਨ ਸਿੰਘ ਅਤੇ ਭਾਈ ਧਰਮ ਸਿੰਘ ਇਹਨਾਂ ਨਾਲ ਸੀਗੇ। ਅਤੇ ਜਦੋਂ ਇਹਨਾਂ ਨੇ ਘੇਰਾ ਪਿਆ ਸੀ ਤਾਂ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇਹ ਕਹਿੰਦੇ ਜੀ ਅਸੀਂ ਉੱਚਰੇ ਪੀਰ ਹਾਂਗੇ, ਉਹਨਾਂ ਉੱਚਰੇ ਪੀਰ ਕਿਹਾ ਗਿਆ। ਅਤੇ ਪਰ ਉਹ ਕਹਿੰਦੇ ਜੀ ਇਹਨਾਂ ਨੂੰ ਵਿਸ਼ਵਾਸ ਨਹੀਂ ਸੀਗਾ। ਤਾਂ ਇਹਨਾਂ ਨੇ ਨੇੜੇ ਇੱਕ ਪਿੰਡ ਸੀਗਾ ਜਿੱਥੋਂ ਇਹਨਾਂ ਪਾਰਸੀ ਦਾ ਪੀਰ ਕਾਜੀ ਮੁਹੰਮਦ ਸੀਗਾ, ਉਹਨੂੰ ਬੁਲਾਇਆ ਗਿਆ ਕਿ ਵੀ ਤੁਸੀਂ ਦੇਖੋ ਕਿ ਵੀ ਵਾਕਈ ਇਹ ਰੋਜ਼ੇ 'ਤੇ ਹਨਗੇ ਨੇ ਕਿ ਨਹੀਂ ਹਨਗੇ, ਤਾਂ ਇਹਨਾਂ ਪਹਿਚਾਣ ਕਰੋ। ਮਤਲਬ ਕਿ ਹਾਲਾਂਕਿ ਇਹਨਾਂ ਨੇ ਉਹਨਾਂ ਕੋਲੋਂ ਅਰੈਬਿਕ ਭਾਸ਼ਾ ਸਿੱਖੀ ਸੀਗੀ, ਤਾਂ ਫਿਰ ਵੀ ਉਹਨਾਂ ਨੇ ਕਿਹਾ ਕਿ ਨਹੀਂ ਉੱਚ ਦੇ ਪੀਰ ਨੇ। ਉੱਚ ਇੱਕ ਪਾਕਿਸਤਾਨ 'ਚ ਵੀ ਜਗ੍ਹਾ ਹੈਗੀ ਹੈ, ਉਹ ਉੱਚ ਦੀ ਜਗ੍ਹਾ ਹੈ, ਅਤੇ ਉੱਚ ਦਾ ਇਹਦਾ ਮਤਲਬ ਦੋਨਾਂ ਸੀਗੇ। ਇਹਨਾਂ ਨੇ ਵੀ ਉਹਦੀ
ਸ਼ਨਾਖਤ ਤੇ ਇਹ ਦੋਨੋਂ ਚੀਜ਼ਾਂ ਇਹਦੇ 'ਚ ਦਿਖਾਈਆਂ ਗਈਆਂ ਨੇ। ਇਹ ਬੜੂ ਸਾਹਿਬ ਵਾਲਿਆਂ ਨੇ ਕਈਆਂ ਨੇ ਛਪਾਈ ਵੀ ਹੋਈ ਹੈ ਪੇਂਟਿੰਗ ਇਸ ਪੇਂਟਿੰਗ ਵਾਸਤੇ। ਮਤਲਬ ਕਿ ਇਹ ਹੈਗਾ ਆਪਣਾ ਉਸੇ ਟਾਈਮ ਜੋ ਪਰਿਵਾਰ ਵਿਛੋੜਾ ਹੁੰਦਾ ਹੈਗਾ ਉਸ ਟਾਈਮ ਇਹ ਮਾਤਾ ਗੁਜਰੀ ਜੀ ਤੇ ਦੋਨੋਂ ਜੇ ਸਾਹਿਬਜ਼ਾਦੇ ਛੋਟੇ ਤੇ ਨਾਲੇ ਗੰਗੂ ਉਹਨੂੰ ਲਈ ਜਾ ਰਹੇ, ਪਰ ਗੰਗੂ ਠੀਕ ਹੈ ਉਹਦੇ ਕਿਰਪਾਨ ਨਹੀਂ ਪਾਈ ਹੈ, ਸਭ ਕੁਛ ਹੈਗਾ ਤੇ ਸੋਚ ਉਹਦੀ ਦਿਖਾਈ ਗਈ ਹੈ। ਤੇ ਇਸੇ ਵਿੱਚ ਹੀ ਉਹਨਾਂ ਨੇ ਸਾਰਾ ਹੀ ਪੇਂਟਿੰਗ 'ਚ ਤੁਹਾਨੂੰ ਆਉਂਦੇ ਹਾਲਾਤ ਵੀ ਦਿਖਾਤੇ ਨੇ, ਜਿਵੇਂ ਬੱਦਲਾਂ ਦੇ ਵਿੱਚ ਅੱਗੇ ਤੁਹਾਨੂੰ ਇਹ ਦਿਖਾਤਾ ਹੈਗਾ ਹੰਸ ਦਿਖਾਤੇ ਨੇ, ਪਿੱਛੇ ਦਰਖਤ ਦਿਖਾਤਾ ਹੈ, ਗਿਲਜੀ ਵੀ ਦਿਖਾਤੀ। ਇਹ ਇੱਕ ਸੀਨਿਕ ਬਿਊਟੀ ਹੁੰਦੀ ਹੈ ਉਹਨੂੰ ਦਿਖਾਉਣ ਵਾਸਤੇ ਕਿ ਆਉਣ ਵਾਲੀਆਂ ਜਿਹੜੀਆਂ ਅੱਗੇ ਕੀ ਹੋਣ ਵਾਲਾ ਹੈਗਾ। ਇਹ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ, ਇਹਦੇ 'ਚ ਦਿਖਾਇਆ ਗਿਆ ਤਿੰਨਾਂ ਗੁਰੂਆਂ 'ਚ। ਭਿੰਨ ਭਿੰਨ ਸਭੂ ਕਰ ਜਾਣਾ, ਏਕ ਰੂਪ ਕਿਨੂੰ ਪਹਿਚਾਨਾ, ਜਿਨ ਜਾਣਾ ਤਿਨੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾਈ। ਕਿ ਸਾਰੇ ਗੁਰੂ ਜਿਹੜੇ ਨੇ ਉਹ ਇੱਕੋ ਰੂਪ 'ਚ ਨੇ, ਇੱਕੋ ਡਾਇਰੈਕਸ਼ਨ ਹੈ ਉਹਨਾਂ ਦੀ, ਇੱਕੋ ਚੀਜ਼ ਹੈ। ਪਰ ਜਿਨ੍ਹਾਂ ਨੇ ਤਾਂ ਜਾਣ ਲਿਆ ਉਹਨੂੰ ਸਮਝ ਆ ਗਈ, ਜਿਨ੍ਹਾਂ ਨੂੰ ਨਹੀਂ ਜਾਣਿਆ ਉਹਨਾਂ ਫਿਰ ਸਿੱਧ ਹੱਥ ਵੀ ਨਹੀਂ ਆਉਂਦੀ। ਇਸੇ ਤਰੀਕੇ ਨਾਲ ਨੀਚੇ ਨਾ ਇੱਕ ਸਿੱਪੀ 'ਚ ਉਹ ਤਿੰਨੇ ਮੋਤੀ ਦਿਖਾਏ ਨੇ, ਇੱਕ ਉਹ ਮੋਤੀਆਂ ਦਾ ਇਹ ਚੀਜ਼ ਦਿਖਾਈ ਗਈ ਹੈ। ਉੱਪਰ ਜਿਹੜਾ ਦਿਖਾਇਆ ਇਹ ਹੈਗਾ ਗੁਰਮੁਖੀ ਦਾ ਵਿਕਾਸ। ਇਹ ਲੈਂਗੁਏਜ ਡਿਪਾਰਟਮੈਂਟ ਨੇ ਵੀ ਛਪਾਇਆ ਹੋਇਆ ਬਹੁਤ 1900 ਲੌਂਗ ਬੈਕ ਕਿਤਾਬ 'ਚ ਵੀ ਹੈ ਉਹਨਾਂ ਦੇ। ਤੇ ਇਹ ਫਿਰ ਇਹਨਾਂ ਨੇ ਸਾਰੀ ਲੈਂਗੁਏਜ 375 ਤੋਂ ਬਾਅਦ ਹੈਦਰਾਬਾਦੀ ਚਾਦ ਫਿਰ ਜਿਹੜੇ ਸਾਰਾ ਕੁਛ ਅਲੱਗ-ਅਲੱਗ ਡਿਫਰੈਂਟ ਲੈਂਗੁਏਜ, ਲੱਡੇ ਕਿਹੜੀ, ਡੋਗਰੀ ਕਿਹੜੀ ਹੈ, ਬਾਬਾ ਪੋਥੀ ਦੀ ਕਿਹੜੀ ਹੈ, ਇੱਦਾਂ ਹੀ ਗੁਰੂ ਗੋਬਿੰਦ ਸਿੰਘ ਦੀ ਕਿਹੜੀ ਹੈ, ਤੇ ਪਾਦਵੀ ਦੀ ਕਿਹੜੀ ਹੈ, ਤੇ ਸਾਡੇ ਕੋਲ ਕਿਹੜੀ ਆਈ। ਇਹ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇੱਕੋ ਚੀਜ਼ ਇਹਨਾਂ ਨੇ ਸਾਰੀ ਉਹ 'ਚ ਬਣਾਇਆ ਹੋਇਆ। ਉੱਤੇ ਸਪੈਸ਼ਲੀ ਗੁਰੂ ਗੋਬਿੰਦ ਸਿੰਘ ਦਾ ਦਿਖਾਇਆ, ਜਿਹੜੇ ਉਹਨਾਂ ਦੇ ਲਫ਼ਜ਼ ਮਿਲਦੇ ਨੇ ਸਾਡੇ ਨਾਲ ਹਨਗੇ ਨੇ, ਤੇ ਉਹ ਸਾਰੀ ਚੀਜ਼ ਇਹਦੇ ਦਿਖਾਈ ਹੈ। ਇਹ ਨੀਚੇ ਹੈਗੀ ਹੈ ਗੁਰੂ ਗੋਬਿੰਦ ਸਿੰਘ ਦੀ ਬਹੁਤ ਬੜੀ ਫੋਟੋ ਸੀਗੀ, ਤੇ ਇਹ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਬਣਾਇਆ। ਤੇ ਗੁਰੂ ਗੋਬਿੰਦ ਸਿੰਘ ਪਿੱਛੇ ਜਿਵੇਂ ਉਹ ਸੋਨੇ ਦੇ ਵੀ ਸੀ, ਇਹਦੇ ਸਾਰੀ ਹਿਸਟਰੀ 19 ਸਟਾਰ ਦੇ ਵਿੱਚ 19 ਹਿਸਟਰੀ ਦਿਖਾਈ ਹੈ। ਇਹ ਇਹਨਾਂ ਨੇ 1978 'ਚ SGPC ਨੇ ਉਹਨਾਂ ਕੋਲ ਲੈ ਲਈ ਸੀ ਕਿ ਜੀ ਅਸੀਂ ਇਹਨੂੰ ਛਪਾਉਣਾ, ਮੁੜ ਕੇ ਛਪਾਈ ਨਹੀਂ ਹੈ, ਪਤਾ ਨਹੀਂ ਹੁਣ ਕਿੱਥੇ ਹੈ। ਬਟ ਮੇਰੇ ਕੋਲ ਅੱਜ ਬਲੈਕ ਐਂਡ ਵਾਈਟ ਪ੍ਰਿੰਟ ਸੀ ਤੇ ਮੈਂ ਇੱਕ ਤੁਹਾਨੂੰ ਜਸਟ ਡਿਸਪਲੇ ਵਾਸਤੇ ਕੀਤਾ ਹੈਗਾ ਜੀ। ਇਹ ਤਲਵੰਡੀ ਸਾਬੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਨੇ ਤਾਂ ਉੱਥੇ ਭਾਈ ਡੱਲਾ ਵੀ ਸੀ। ਤੇ ਭਾਈ ਡੱਲਾ ਕਹਿੰਦਾ ਜੀ ਤੁਸੀਂ ਐਨੇ ਸਿੱਖ ਦੀ ਲੋੜ ਕਾਹਦੀ ਸੀ, ਜੇ ਤੁਸੀਂ ਮੈਨੂੰ ਕਹਿੰਦੇ 400-500 ਸਿੱਖ ਤਾਂ ਮੇਰੇ ਕੋਲ ਸੀ, ਇਹ ਵੀ ਤੁਹਾਡੇ ਕੋਲ ਆ ਕੇ ਲੜ ਸਕਦੇ ਸੀਗੇ, ਕਿੰਨੇ ਸਭ ਕੋਲ ਹਥਿਆਰ ਸੀਗੇ, ਤੁਸੀਂ ਕਿਉਂ ਇੰਨੀ ਮਿਹਨਤ ਕਰਨੀ ਸੀਗੀ, ਮੈਨੂੰ ਦੱਸ ਦੇ। ਤਾਂ ਉਹਦੇ 'ਤੇ ਵੀ ਲਾਹੌਰ ਤੋਂ ਇੱਕ ਕਾਰੀਗਰ ਉਹਨਾਂ ਕੋਲ ਬੰਦੂਕ ਤੇ ਹਥਿਆਰ ਲੈ ਕੇ ਆਇਆ। ਤਾਂ ਉਹ ਕਹਿੰਦੇ ਜੀ ਮੈਂ ਬੰਦੂਕ ਚਲਾ ਕੇ ਦੇਖਣੀ ਹੈਗੀ ਕਿ ਬੰਦੂਕ ਚੱਲਦੀ ਕਿੱਦਾਂ ਹੈਗੀ ਹੈ, ਤੇ ਤੁਸੀਂ ਆਪਣੇ ਬੰਦਿਆਂ ਨੂੰ ਕੋਈ ਸਾਹਮਣੇ ਖੜ੍ਹੇ ਹੋਣ। ਤੇ ਉਹ ਕਹਿੰਦੇ ਲਓ ਜੀ ਗੁਰੂ ਜੀ ਇਹ ਕਿੱਦਾਂ ਖੜ੍ਹੇ ਹੋ ਜਾਣਗੇ ਅੱਗੇ, ਤੇ ਇਹ ਮਰਨ ਵਾਸਤੇ ਇੱਦਾਂ ਥੋੜ੍ਹੀ ਨੇ, ਮਤਲਬ ਕਿ ਜੇ ਕੋਈ ਲੜਾਈ ਹੋ ਤਾਂ ਆਉਣਗੇ। ਉਹਨਾਂ ਨੇ ਫਿਰ ਕੈਂਪ 'ਚ ਦਿੱਤਾ ਕਿ ਵੀ ਤੁਸੀਂ ਕੈਂਪ ਤੋਂ ਬੁਲਾਓ ਮੇਰੇ ਸਿੱਖਾਂ ਨੂੰ, ਮੇਰੇ ਸਿੱਖ ਕਿੱਦਾਂ ਦੇ ਦੇਂ। ਉੱਥੇ ਭਾਈ ਵੀਰ ਸਿੰਘ ਤੇ ਧੀਰ ਸਿੰਘ ਜੇ ਇੱਕ ਬੇਟਾ ਤੇ ਬਾਪ ਸੀਗੇ, ਇੱਕ ਪਗੜੀ ਬੰਨ੍ਹੇ ਸੀ, ਦੋਨਾਂ ਨੇ ਉਹ ਕਹਿੰਦਾ ਮੈਂ ਸੁਣਿਆ ਪਹਿਲਾਂ, ਮੈਂ ਸੁਣਿਆ, ਦੋਨੋਂ ਭੱਜ ਕੇ ਆਏ। ਤਾਂ ਉੱਥੇ ਇਹਨਾਂ ਨੇ ਇਹ ਜਿਹੜਾ ਆਪਣਾ ਹਥਿਆਰ ਜਿਹੜਾ ਟੈਸਟ ਕੀਤਾ ਸੀ। ਇਹ ਜਦੋਂ ਆਪਣਾ 300 ਸਾਲਾ ਗੁਰੂ ਉੱਥੇ ਬਿਹਾਰ ਗੌਰਮੈਂਟ ਨੇ ਉਹਨਾਂ ਨੇ ਕਿਤਾਬ ਛਾਪੀ ਹੈ, ਤਾਂ ਉਹ ਸਪੈਸ਼ਲੀ ਉਹਨਾਂ ਨੇ ਮੇਰੇ ਨਾਲ ਕੰਟੈਕਟ ਵੀ ਕੀਤਾ ਸੀਗਾ, ਅਤੇ ਫਿਰ ਮੈਂ ਉਹਨਾਂ ਨੂੰ ਦਿੱਤੀ ਸੀ, ਅਤੇ ਉਹਨਾਂ ਉਸ 'ਚ ਵੀ ਛਪੀ ਹੋਈ ਹੈ ਜਿਹੜੀ ਹੈਗੀ ਹੈ। ਇਹ ਹੈਗਾ ਆਪਣਾ ਜਦੋਂ ਆਲਮਗੀਰ ਤੋਂ ਅੱਗੇ ਗਏ ਨੇ ਤਾਂ ਗੁਰੂ ਗੋਬਿੰਦ ਸਿੰਘ ਜਦੋਂ, ਤਾਂ ਉਸ ਟਾਈਮ ਮਤਲਬ ਕਿ ਇਹਨਾਂ ਦੀ ਜਿਹੜੀ ਮੁੰਦੀ ਸੀ ਨਾ ਇਹ ਬਹੁਤ ਟਾਈਟ ਹੋ ਗਈ ਸੀਗੀ। ਤਾਂ ਟਾਈਟ ਹੋ ਗਈ ਸੀ ਅਤੇ ਅੱਗੇ ਮੋਹੀ ਪਿੰਡ ਦੇ ਵਿੱਚ ਆ ਕੇ ਲੋਹਾਰ ਸੀਗੇ ਜਿਹਦੇ ਕੋਲ ਇੱਕ ਕਟਾਈ ਸੀ, ਉਹਨਾਂ ਕੋਲ ਮੋਟੇ ਹੀ ਹਥਿਆਰ ਹੁੰਦੇ ਨੇ, ਕਿੱਦਾਂ ਕਟਵਾਈ ਸੀ ਇਹਨਾਂ ਨੂੰ ਉਸੇ ਵੀਰ ਆਸਣ 'ਚ ਬੈਠਿਆਂ ਵੀ ਦਿਖਾਇਆ। ਅਤੇ ਉਹ ਕੱਟਦੇ ਜੋ ਹਥਿਆਰ ਉਸ ਟਾਈਮ ਲਾਹੌਰ ਉਹਦੇ ਕੋਲ ਹੁੰਦੇ ਸੀਗੇ, ਉਹ ਸਾਰੇ ਇਹਨਾਂ 'ਚ ਹਥਿਆਰ ਉੱਦਾਂ ਹੀ ਜਿਵੇਂ ਅੱਗ ਸੇਕ ਕੇ ਕਰਦੇ ਸੀ, ਪਿੱਛੇ ਸਾਰਾ ਉੱਦਾਂ ਹੀ ਉਹ ਸੀਨ ਸਾਰਾ ਦਿਖਾਇਆ, ਤਾਂ ਜੋ ਮਤਲਬ ਕਿ ਇੱਥੇ ਇਹ ਛਾਪ ਸ਼ਾਇਦ ਉਹਨਾਂ ਦੇ ਪਿੰਡ 'ਚ ਵੀ ਜਾਂ ਉਹਨਾਂ ਦੇ ਖਾਨਦਾਨ 'ਚ ਹਜੇ ਵੀ ਚੱਲਦੀ ਆ ਰਹੀ ਹੈ। ਇਹ ਆਪਣਾ ਗੁਰੂ ਗੋਬਿੰਦ ਸਿੰਘ ਮਾਰਗ ਹੈ, ਇਹ ਤਾਂ ਚਲੋ ਮੈਂ ਨਹੀਂ ਦੱਸਾਂਗਾ ਕਿਉਂਕਿ ਲੰਬਾ ਹੋ ਜਾਂਦਾ। ਅਤੇ ਇਹ ਜਿਹੜੀ ਹੈ ਸਿਰਫ ਮੈਂ ਭੇਟਾ ਹੀ ਕਰਨੀ ਹੈ ਇਹਨਾਂ ਨੂੰ। ਆਪਣਾ ਇਹ 1966 ਦੇ ਵਿੱਚ ਜਦੋਂ ਪਹਿਲੀ ਵਾਰੀ ਇਹ ਬਣਿਆ, ਤਾਂ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਡਾਇਰੈਕਸ਼ਨ ਸੀ, ਇਹ 1966 'ਚ ਬਣਾਇਆ ਗਿਆ ਸੀਗਾ। ਅਤੇ ਉਸ ਟਾਈਮ ਇਹ ਬਣਾ ਕੇ ਇਹਨਾਂ ਨੇ ਫਿਰ ਲੈਂਗੁਏਜ ਡਿਪਾਰਟਮੈਂਟ ਤੋਂ ਛਪਿਆ। ਅਤੇ ਫਿਰ 1973 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਾਰਗ 3 ਦਿਨ ਦਾ ਕੱਢਿਆ ਗਿਆ ਸੀ ਅਨੰਦਪੁਰ ਸਾਹਿਬ ਤੋਂ ਖਾਲਸਾ ਸਾਜਨਾ ਦਿਵਸ ਦੇ ਉੱਤੇ, ਤਾਂ ਉੱਥੇ ਤੱਕ ਮਤਲਬ ਕਿ ਗਏ, ਤਾਂ ਇਹਨਾਂ ਨੂੰ 24/26 ਸਾਈਜ਼ 'ਚ ਛਪਾ ਕੇ ਲੈਂਗੁਏਜ ਡਿਪਾਰਟਮੈਂਟ ਪੰਜਾਬ ਗਵਰਨਮੈਂਟ ਕੋਲ ਵੰਡਿਆ ਗਿਆ ਸੀ। ਇਹਦੀ ਇਹ ਖਾਸੀਅਤ ਹੈਗੀ ਹੈ ਜੀ। ਅਤੇ ਇਹ ਜਿਹੜਾ ਹੈਗਾ ਇਹ ਕਨਸੈਪਟ ਹੈਗਾ ਕਿ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕੀ ਕਨਸੈਪਟ ਚੱਲਦੇ ਸੀਗੇ। ਇਹਨਾਂ ਨੇ ਤਾਂ ਇਹ ਲਿਖਿਆ ਏਕ ਪਿਤਾ ਕੇ ਇੱਕ ਬਾਪ ਸਮ, ਕਿ ਵੀ ਸਾਡਾ ਜਾਂ ਪਰਮਾਤਮਾ ਇੱਕੋ ਹੀ ਪਿਤਾ ਹੈਗਾ, ਅਸੀਂ ਸਾਰੇ ਇੱਕੋ ਹੀ ਉਹਦੇ ਅੱਗੇ ਬੱਚੇ ਹੈਗੇ ਹਾਂ। ਇਹੀ ਆਪਣੇ ਗੁਰੂ ਗੋਬਿੰਦ ਸਿੰਘ ਦਾ ਸੰਕੇਤ ਸੀਗਾ।
कि जिन प्रेम कियो ते नहीं पर पायो साच करो सुन ले मनो। यही फिर कंसैप्ट ये है, मन तीजी पाशे मन में तू जोत स्वरूप है अपना मूल प्रधान। तू अपने मन ਨੂੰ ਪੁੱਛ ਕੇ ਵੀ ਤੂੰ ਤਾਂ ਸਭ ਇੱਕੋ ਹੀ ਹੈ, ਇਨਸਾਨ ਸਾਰੇ ਇੱਕੋ ਹੀ ਨੇ। ਉਹ ਕੰਸੈਪਟ ਸਾਰਾ ਦਿਖਾਇਆ ਗਿਆ ਇਹਦੇ ਵਿੱਚ ਕਿ ਵੀ ਜਿਹੜੀ ਹੈ ਏਕ ਨੂਰ ਸੇ ਸਭ ਜਗ ਉਪਜੇ ਕੌਣ ਭਲੇ ਕੌਣ ਮੰਦੇ ਆਪਣਾ एक नूर से सब जग कौन भले कौन मुंदे। ये अपना कबीर जी लिखा है, ये भी है ऑल ह्यूमन बाइंग एंड डिवाइन इज रेस। सारियां चाहे कोई भी हनगियां ने ये इक्को रेस है, दूजी कोई रेस नहीं हैगी। असी इंसान है, इंसान ही है। इन्होंने गुरुआं ने इक्को डायरैक्शन दी है। ये सारा कंसैप्ट दिखाया गया है जी। ये हैगी अपनी आनंदपुर साहब की हैगी है जी। तो आनंदपुर साहब जदों घेरा पिया होया सीगा ਤਾਂ ਉੱਥੇ ਮੁਗਲ ਤੇ 22 ਧਾਰ ਦੇ 24 ਰਾਜ ਸੀ, ਉਹਨਾਂ ਨੇ ਘੇਰਾ ਪਾਇਆ ਸੀ। ਤਾਂ ਇਹਨਾਂ ਨੇ ਉੱਥੋਂ ਤੀਰ ਜੋ ਚਲਾਇਆ ਤਾਂ ਉਹ 3-4 ਕਿਲੋਮੀਟਰ ਤੇ ਕਹਿੰਦੇ ਉੱਥੇ ਜਾ ਕੇ ਲੱਗਿਆ, ਉਹਨਾਂ ਕੋਲ ਪਹੁੰਚਿਆ ਤੇ ਉਹਨਾਂ ਨੇ ਜੋ ਦੇਖਿਆ ਕਿ ਤੀਰ ਦੇ ਵਿੱਚ ਤਾਂ ਇਹਦੇ ਵਿੱਚ ਸੋਨਾ ਵੀ ਲੱਗਿਆ ਹੈ, ਗੁਰੂ ਗੋਬਿੰਦ ਸਿੰਘ ਦਾ ਤੀਰ ਹੈ। ਤਾਂ ਉਹਨਾਂ ਨੇ ਸੋਚਿਆ ਕਿ ਵੀ ਇਹ ਜਿਹੜਾ ਹੈਗਾ ਕੋਈ ਕਰਾਮਾਤ ਹੈਗੀ ਹੈ, ਮੈਜੀਕਲ ਪਾਵਰਸ ਆਉਂਦੀਆਂ ਇਹਨਾਂ ਕੋਲ ਤੇ ਕੋਈ ਨਹੀਂ ਹੈ। ਫਿਰ ਦੂਜੀ 'ਚ ਫਿਰ ਇਹਨਾਂ ਨੇ ਸਲਿੱਪ ਲਿਖ ਕੇ ਭੇਜੀ ਸੀ कि करामात नहीं करतब है, मेरे को कोई भी मैजिकल पावर नहीं हैगी, मेरे को सिर्फ कला एक्सपीरियंस है। एक्सपीरियंस के बेस पर मैं मेहनत की है, मेहनत करके ही जो तीर मेरे को गया, मेरे को कोई मैजिकल पावर नहीं। ये उस टाइम दसिया करामात नहीं करतब है। ये पेंटिंग हैगी है जल कहाँ थल कहाँ गगन के गौन कहाँ काल के बनाए सब काल ही चबाएंगे। ये गुरु गोबिंद सिंह श्लोक आता है कि भी चाहे जल कहाँ पानी दे पंछी ने, चाहे जल है गगन है पताल है, जिथे मर्जी ने काल है, काल ने हमेशा तो आना है, काल ने ही चबाना है। काल दी चीज़ां बनाई ने काल ने ही चबानी हनगियां ने। चाहे माया जाल है वो भी काल ने बनाया है। ये सारी चीज़ उहदे च हिस्ट्री दिखाई है कि भी एक जिहड़ा 12 ਸਿੰਘਾ ਸੀਗਾ ਉਹ ਜਦੋਂ ਪਾਣੀ ਪੀਣ ਲੱਗਦਾ ਹੈ ਤਾਂ ਇੰਨੇ ਦੇਰ 'ਚ ਜਿਹੜਾ ਇੱਕ ਬਾਜ ਹੈ ਉਹ ਦੇਖ ਕੇ ਆਉਂਦਾ ਹੈ ਕਿ ਮੱਛੀ ਜਿਹੜੀ ਹੈ ਇਹਨੂੰ ਮੈਂ ਝਪਟ ਲਵਾਂ, ਪਰ ਮੱਛੀ ਜੋ ਛਾਲ ਮਾਰਦੀ ਹੈ ਉਹਦੇ ਸਿੰਗਾਂ 'ਚ ਫਸ ਜਾਂਦਾ ਹੈ ਤੇ ਬਾਜ ਆ ਕੇ ਉਹਦੇ ਸਿੰਗਾਂ 'ਚ ਲੱਗਦਾ। ਇਹਨਾਂ ਦੋਨਾਂ ਦੀ ਮੱਛੀ ਤੇ ਇਹਦੀ ਦੋੜੀ ਡੈਥ ਹੋ ਜਾਂਦੀ। ਇੱਧਰ ਜਿਹੜਾ ਸ਼ਿਕਾਰੀ ਖੜਾ ਹੁੰਦਾ ਹੈ, ਸ਼ਿਕਾਰੀ ਨੇ ਇਹਦਾ ਮਤਲਬ ਕਿ ਸ਼ਿਕਾਰ ਲਿਆ, ਇਹਨੇ ਸ਼ਿਕਾਰੀ ਨੇ ਇਹਨੂੰ ਮਾਰਦਾ ਹੈਗਾ 12 ਸਿੰਘ ਇਹਨੂੰ, ਇਹ ਵੀ ਮਰ ਜਾਂਦਾ ਹੈ। ਸ਼ਿਕਾਰੀ ਦੇ ਨੀਚੇ ਇਹਦੇ ਪੈਰ ਦੇ ਕੋਲ ਸੱਪ ਦਿਖਾਇਆ ਗਿਆ, ਸੱਪ ਇਹਨੂੰ ਡਸ ਲੈਂਦਾ ਸ਼ਿਕਾਰੀ ਨੂੰ, ਉਹ ਵੀ ਮਰ ਜਾਂਦਾ। ਸੱਪ ਦੇ ਉੱਤੇ ਫਿਰ ਜਦੋਂ ਇਹ ਡਿੱਗਦਾ ਉੱਤੇ ਤਾਂ ਉਹ ਜਿਹੜਾ ਜਦੋਂ ਡਿੱਗਦਾ ਤਾਂ ਉਹ ਸੱਪ ਵੀ ਮਰ ਜਾਂਦਾ। ਇਹ ਕਾਲ ਕੇ ਬਣਾਏ ਕਾਲ ਹੀ ਚਬਾਏਂਗੇ। ਫਿਰ ਇਹੀ ਚੀਜ਼ਾਂ ਜਿਹੜੀਆਂ ਗਿੱਲਾਂ ਹੁੰਦੀਆਂ ਸੀਗੀਆਂ ਉਹ ਲੈ ਜਾਂਦੇ ਸੀ, ਇਹਨਾਂ ਜਾਨਾਂ ਨੂੰ ਚੁੱਕ ਕੇ ਖਾ ਖੂ ਕੇ ਉੱਤੇ ਖਤਮ ਕਰਨੀ। ਇਹ ਸ੍ਰਿਸ਼ਟੀ ਦਾ ਨੇਮ ਹੈ। ਅੱਗੇ ਆਉਂਦਾ ਅਜੇ ਤੇ ਅਤੀਤ ਹੈ, ਮਤਲਬ ਕਿ ਇਹ ਜਿਵੇਂ ਇੱਕ ਚਾਨਣ ਦੇ ਵਿੱਚ ਇੱਕ ਹਨੇਰਾ ਚੱਲਿਆ, ਸਾਨੂੰ ਨਹੀਂ ਪਤਾ ਹਨੇਰਾ ਕਦੋਂ ਹੀ ਗਾਇਬ ਹੋ ਜਾਂਦਾ ਚਾਨਣ। ਇੱਦਾਂ ਹੀ ਅਸੀਂ ਇਨਸਾਨ, ਮੌਤ ਜਿਹੜੀ ਇਹ ਚੱਲਦੀ ਰਹਿੰਦੀ ਹੈ ਸਾਰੀ ਦੁਨੀਆ ਦੇ ਉੱਤੇ, ਉਹ ਸਾਨੂੰ ਇਹ ਨਹੀਂ ਪਤਾ ਉਦੋਂ ਬਾਅਦ ਇਨਸਾਨ ਕਿੱਥੇ ਚਲੇ ਕਿਤੇ ਸਾਨੂੰ ਕੋਈ ਪਤਾ ਨਹੀਂ। ਅਤੇ ਇਹ ਸਾਰੀ ਚੀਜ਼ ਇਸ ਪੇਂਟਿੰਗ ਦੇ ਵਿੱਚ ਦਿਖਾਈ ਹੈ। ਇਹ ਪੇਂਟਿੰਗ ਜਿਹੜੀ ਆ 1954 'ਚ ਬਣਾਈ ਗਈ ਸੀ। ਇਹ ਅੱਜ ਕੱਲ੍ਹ ਲੱਗੀ ਹੋਈ ਹੈ ਮੇਨ ਪੇਂਟਿੰਗ ਰਾਜਸਥਾਨ ਦੇ ਵਿੱਚ ਲੱਗੀ ਹੋਈ ਹੈ, ਇੱਕ ਗੈਲਰੀ 'ਚ ਲੱਗੀ ਹੋਈ ਹੈ ਪੇਂਟਿੰਗ ਜਿਹੜੀ ਮੈਂ ਉੱਥੋਂ ਪੇਂਟਿੰਗ ਲੈ ਕੇ ਸੀ। ਇਹ ਜਿਹੜੀ ਪੇਂਟਿੰਗ ਹੈਗੀ ਹੈ ਇਹ ਵੀ ਭਾਵ ਹੈਗਾ, ਉਹ ਭਾਵ ਹੈਗਾ ਦੇਸ਼ ਦੇ ਰਾਖੇ ਗੁਰੂ ਗੋਬਿੰਦ ਸਿੰਘ, ਦੇਸ਼ ਦੀਨ ਦੇ ਰਾਖੇ। ਅੱਛਾ, ਇਹ ਜਿਹੜੀ ਹੈਗੀ ਇੱਕ ਮੁਨਸ਼ਾ ਸਿੰਘ ਦੁਖੀ ਦੀ ਹੈ, ਇਹ ਤੁਹਾਨੂੰ ਮਿਲੇਗੀ ਉਹਦੇ ਵਿੱਚੋਂ ਭਾਈ ਕਾਨ ਸਿੰਘ ਨਾਭਾ ਦੇ ਵਿੱਚੋਂ। ਇਹਦੇ ਵਿੱਚ ਉਹਨੇ ਬਾਰ ਦਾ ਵਰਡ 38 ਵਾਰੀ ਲਿਖਿਆ, ਪਰ ਇਹਨੇ ਇੱਕ 4 ਸ਼ਬਦਾਂ ਦੇ ਵਿੱਚ ਸਾਰੀ ਹੀ ਇਹਨੇ ਕਵਿਤਾ ਦੇ ਵਿੱਚ ਬਾਰ ਵਰਡ ਨੂੰ ਯੂਜ਼ ਕੀਤਾ। ਬਾਰ ਦੇ ਅਲੱਗ-ਅਲੱਗ ਮਤਲਬ ਹਨਗੇ ਨੇ, ਇਹ ਮੈਂ ਲਿਖ ਕੇ ਵੀ ਲਿਖਾਇਆ ਹੈ। ਬਾਰ ਤਨ ਮਨ ਧਨ ਮਰਗਿੰਦ ਕਿ ਬਾਰ ਤਨ ਮਨ ਧਨ ਸਾਰਾ ਕੁਛ ਬਾਰ ਕੇ ਬੈਰਨ ਕੋ ਬਾਰ। ਜਿਹੜੀ ਇਹ ਬਾੜੀ ਸੀ, ਬਾੜੀ ਹਿੰਦਨ ਕੀ ਬਾੜ ਕੀ, ਉਹਦੇ ਉੱਤੇ ਆਪਣੀ ਜਿਹੜੀ ਬਾੜੀ ਸੀ ਉਹਨੂੰ ਬਚਾਤਾ, ਮਤਲਬ ਜਿਹੜੀ ਬਾੜੀ ਬਣੀ ਸੀ ਬਾੜ ਕਰਕੇ ਬਚਾਤਾ ਹੈਗਾ। ਬਾਰ ਥੀ ਉਮਰ ਬਾਰ ਬੈਰਨ ਕੋ ਬਰਿਓ ਬਾਪ। ਇਹ ਛੋਟੀ ਉਮਰ ਸੀ ਜੋ ਗੁਰੂ ਗੋਬਿੰਦ ਸਿੰਘ ਦੀ, ਜਦੋਂ ਉਹਨੇ ਕਹਿਤਾ ਸੀ ਕਿ ਆਪਣੇ ਪਿਤਾ ਜੀ ਨੂੰ ਕਿ ਵੀ ਤੁਹਾਡੇ ਤੋਂ ਕਿਹੜਾ ਵੱਡਾ ਇਨਸਾਨ ਹੈ, ਭਗਤ ਹੈਗਾ ਜਿਹੜਾ ਉੱਥੇ ਜਾ ਕੇ ਕਰ ਸਕਦਾ, ਤੁਸੀਂ ਉੱਥੇ ਜਾ ਕੇ ਆਪਣਾ ਸ਼ਹੀਦੀ ਦਿਓ। ਫਿਰ ਉੱਥੇ ਬਾਰ ਦੀਨੋ ਸੀਸ ਦੇਸ਼ ਹਿਤ ਸਮ ਬਾਰ ਕੀ। ਫਿਰ ਉਹਨਾਂ ਨੇ ਵੀ ਆਪਣਾ ਜਿਹੜਾ ਸ਼ੀਸ਼ ਉੱਥੇ ਜਾ ਕੇ ਆਪਣਾ ਦਿੱਲੀ ਜਾ ਕੇ ਦਿੱਤਾ। ਫਿਰ ਉਹਨੇ ਕਿਹਾ ਬਾਰ 4-9 ਕੀ ਉਬਾਰ ਕੇ। ਫਿਰ ਉਹਨੇ ਕਿਹਾ ਬਾਰ ਦੇ ਹੁਣ ਬਾੜ ਰਿਹਾ ਕਿ ਤੁਸੀਂ ਮਤਲਬ ਕਿ ਪਹਿਲਾਂ 2 ਬੰਦੇ ਸ਼ਹੀਦੀ ਦਿੱਤੀ, 2 ਇੱਥੇ ਸ਼ਹੀਦ ਹੋ ਗਏ, 4 ਨੂੰ ਤੁਸੀਂ ਬਾਰ ਦਿੱਤਾ ਹੈਗਾ। ਉਹ ਫਿਰ ਉੱਥੇ ਸਾਹਮਣੇ ਦਿਖਾ ਦਿੱਤਾ ਹੈਗਾ ਬੂੜ ਤੀ ਬਾਰ ਨਾ ਲਗਾਈ ਬਾਰ ਕੀ। ਇਹਨਾਂ ਦੇ ਆਨੰਦ ਇਹ ਚਮਕੌਰ ਸਾਹਿਬ ਤੋਂ ਇਹ ਲੱਗਿਆ ਕਿ ਵੀ ਹੁਣ ਸਿੱਖੀ ਜਿਹੜੀ ਅੱਗੇ ਨਹੀਂ ਜਾਏਗੀ। ਇਹ ਜਿਹੜੇ ਸਾਰੇ ਉੱਤੇ ਦਿਖਾਏ ਨੇ ਨਾ ਕਿ ਬਾਦਵਾਨ ਆਦਿ ਫਟ ਗਏ ਨੇ, ਸਭ ਕੁਛ ਹੈ, ਪਰ ਫਿਰ ਵੀ ਇਹਨਾਂ ਨੇ ਨਿਸ਼ਚਿੰਤ ਕੀਤੀ ਸਾਰੇ ਨੂੰ ਬਾਰ ਕੇ ਜਾਂ ਉਹਨਾਂ ਸ਼ਹੀਦ ਜਿਹੜੇ ਸਿੱਖ ਸੀਗੇ ਉਹਨਾਂ ਦੀ ਜਿਹੜੀ
ਕਿਸ਼ਤੀ ਸੀ ਉਹਨੂੰ ਅੱਗੇ ਲਗਾ ਦਿੱਤਾ ਇਹਨਾਂ ਨੇ, ਮਤਲਬ ਬਾੜੀ ਲਾ ਦਾ, ਤਾਂ ਵੀ ਮਤਲਬ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵੀ ਦੇਤੇ, ਸਭ ਕੁਝ ਦੇਤਾ ਇਹਨਾਂ ਨੇ ਕਿ ਵੀ ਤੁਸੀਂ ਇਹ ਮੰਨਣਾ ਅਤੇ ਸਿੱਖਜ਼ਮ ਦੀ ਬਾੜੀ ਨੂੰ ਅੱਗੇ ਲਗਾ ਦਿੱਤਾ ਹੈਗਾ। ਬਾਰ ਤੇ ਅਨੇਕ ਬਾਰ ਚੂਕਤ ਅਚੂਕ ਪਿਤਾ ਹੀਜੇ ਬਰਬਾਦ, ਕਿ ਵੀ ਤੂੰ ਤਾਂ ਜਿਹੜਾ ਹੈਗਾ ਅਚੂਕ ਹੈਗਾ, ਅਸੀਂ ਸਾਰੇ ਬੰਦੇ ਜਿਹੜੇ ਚੂਕਣ ਵਾਲੇ ਹਾਂ, ਅਸੀਂ ਤਾਂ ਚੂਕ ਜਾਂਦੇ ਹਾਂ ਸਾਰੀ ਗੱਲ ਤੋਂ। ਇਸ ਕਰਕੇ ਉਹਨਾਂ ਨੇ ਆਪਣਾ ਵੀ ਦਿੱਤਾ ਹੈ ਕਿ ਵੀ ਸਾਡੇ 'ਤੇ ਵੀ ਕੋਈ ਕਿਰਪਾਲ ਕਰ ਦਿਓ। ਇਹ ਮਤਲਬ ਕਨਸੈਪਟ ਜਿਹੜਾ ਹੈਗਾ ਉਦੋਂ ਪਤਾ ਲੱਗਦਾ ਜਦੋਂ ਇਹ ਬੰਸਾ ਸਿੰਘ ਦੁਖੀ ਦੀ ਕਿਤਾਬ ਪੜ੍ਹੋਗੇ, ਨਹੀਂ ਇੱਦਾਂ ਹੀ ਪਤਾ ਲੱਗਦਾ ਹੈ। ਉੱਪਰ ਜਿਹੜੀ ਹੈ ਉਹ ਹੈਗੀ ਹੈ ਧਰਮ ਚਲਾਵਨ ਸੰਤ ਵਾਰਨ ਦੁਸ ਸਬਨ ਕੇ ਮੂਲ ਉਪਾਰਨ। ਇਹ ਜਿਹੜਾ ਹੈਗਾ ਇਹਨਾਂ ਕਨਸੈਪਟ ਹੈ ਕਿ ਜਦੋਂ ਆਏ ਨੇ ਤਾਂ ਉਹਨਾਂ ਦਾ ਕਨਸੈਪਟ ਜਿਹੜੀ ਫਿਲਾਸਫੀ ਸੀ ਬੜੀ ਕਲੀਅਰ ਸੀ, ਮੈਂ ਕੀ ਹਾਂ। ਅਤੇ ਉਹਨੇ ਆਉਂਦੇ ਵੀ ਦਿਖਾਇਆ, ਇੱਕ ਹੱਥ 'ਚ ਕਿਰਪਾਨ ਵੀ ਦਿਖਾਈ ਕਿ ਤੁਸੀਂ ਕਿਰਪਾਨ ਵੀ ਤੁਹਾਡੇ ਤਕੜਾ ਵੀ ਹੋਣਾ ਚਾਹੀਦਾ, ਵੀਰਤਾ ਵੀ ਹੋਣੀ ਚਾਹੀਦੀ ਹੈ। ਦੂਜੀ ਤੁਹਾਡੇ ਕੋਲ ਵਿਨੇ ਜਿਹੜੀ ਮਾਲਾ ਹੈ, ਤੁਹਾਡੀ ਵਿੱਦਿਆ ਜਿਹੜੀ ਉਹ ਵੀ ਤੁਹਾਡੇ ਕੋਲ ਹੋਣੀ ਚਾਹੀਦੀ। ਦੋਨੋਂ ਚੀਜ਼ਾਂ ਦਾ ਕਨਸੈਪਟ ਦਿਖਾਇਆ। ਇਹ ਸਾਹਮਣੇ ਮੌਤ ਦਿਖਾਈ ਹੈ, ਉਹਨੇ ਸੱਪ 'ਚ ਮੌਤ ਦਿਖਾਈ ਹੈ ਕਿ ਵੀ ਜੇ ਤੁਸੀਂ ਮੌਤ ਨੂੰ ਸਾਹਮਣੇ ਦੇਖੋਗੇ ਤੁਸੀਂ ਡਰ ਜਾਓਗੇ। ਪਰ ਉਹਨਾਂ ਨੇ ਦੇਖਿਆ ਕਿ ਮੌਤ ਬੜੀ ਖੂਬਸੂਰਤ ਹੈ ਉੱਤੇ ਦਿਖਾਈ ਗਈ ਹੈ। ਅਤੇ ਪਿੱਛੋਂ ਜਿਹੜੇ ਆ ਰਹੇ ਨੇ ਕੀ ਹੈ, ਜਿਹੜੇ ਯੋਧੇ ਆ ਰਹੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਹੁੰਦੀ ਹੈਗੀ। ਮਰਨਾ ਕਿਸੇ ਦੀ ਹੈ। ਫਿਰ ਕਬੀਰ ਦਾ ਆਉਂਦਾ ਹੈਗਾ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਅੰਦਰ, ਕਿ ਵੀ ਜਦੋਂ ਚਾਹੇ ਸੰਤ ਮਹਾਤਮਾ ਜਿਹਨੇ ਵੱਡੇ ਵੱਡੇ ਲਾ ਲਓ, ਜਦੋਂ ਮੌਤ ਆਉਂਦੀ ਸਭ ਅਸੀਂ ਡਰ ਕੇ ਬੈਠ ਜਾਂਦੇ ਮੌਤ ਤੋਂ। ਪਰ ਇਹ ਮੌਤ ਤੋਂ ਨਹੀਂ ਡਰੇ ਕਿ ਮੌਤ ਤਾਂ ਕਿਸੇ ਤਰੀਕੇ ਨਾਲ ਵੀ ਆਉਣੀ ਹੈ, ਪਰ ਤੁਸੀਂ ਉਹਨੂੰ ਅੱਗੇ ਵਧਣਾ ਹੈਗਾ। ਇਹ ਕਨਸੈਪਟ ਇਹਦੇ 'ਚ ਹੈ। ਇਹ ਮੈਂ ਕਨਸੈਪਟ ਤੁਹਾਨੂੰ ਹੁਣ ਦੱਸਿਆ ਹੀ ਸੀਗਾ। ਇਹ ਗੁਰੂ ਗੋਬਿੰਦ ਸਿੰਘ ਦਾ ਕਨਸੈਪਟ ਇਹ 'ਚ ਦਿਖਾਇਆ ਗਿਆ ਹੈ। ਜੋ ਕੋ ਇੱਛ ਕਹੂੰ ਧਨ ਕੀ ਤਾਂ ਚਲਿਓ ਧਨ ਦੇਸ਼ਨ ਦੇਸ਼ 'ਤੇ ਆਵੇ। ਜੇ ਕਹਿੰਦਾ ਮੈਂ ਇੱਛਾ ਕਰਦਾ ਗੁਰੂ ਗੋਬਿੰਦ ਸਿੰਘ ਕਿ ਧਨ ਵੀ ਮੈਂ ਬਹੁਤ ਕਮਾ ਲੈਣਾ ਸੀ, ਮੈਨੂੰ ਕੋਈ ਦਿੱਕਤ ਨਹੀਂ ਸੀਗੀ ਧਨ ਵੀ। ਆਓ ਅਬ ਰਿੱਧਨ ਸਿੱਧਨ ਪੇ ਹਮੋ ਨਹੀਂ ਨੇਕ ਜੀਓ ਲਲਚਾਏ। ਰਿੱਧੀਆਂ ਸਿੱਧੀਆਂ ਕਰਕੇ ਕਿਸੇ ਨੂੰ ਬੱਚਾ ਦੇਤਾ, ਕਿਸੇ ਨੂੰ ਘੜੀ ਮੰਗਵਾ ਕੇ ਦੇਤੀ, ਕੁਛ ਕਰਤਾ, ਮਤਲਬ ਕਿ ਉਹਨਾਂ 'ਤੇ ਵੀ ਮੇਰਾ ਕਹਿੰਦਾ ਨੇਕ ਜੀ ਲਲਚਾਉਂਦਾ ਨਹੀਂ। ਇਹੋ ਜਿਹੇ ਕੰਮ 'ਚ ਕਹਿੰਦਾ ਮੈਂ ਸਿੱਧੀ ਨਹੀਂ ਪ੍ਰਾਪਤ ਕਰਨਾ ਚਾਹੁੰਦਾ। ਔਰ ਸੁਣੋ ਕੁਛ ਜੋਗ ਵਿਖੇ ਕਹਿ ਔਂਦ ਇਤੇ ਤਪ ਕੇ ਤਨਤਾਏ। ਮੈਨੂੰ ਆਪਣੇ ਬਾਡੀ 'ਤੇ ਮਤਲਬ ਕੋਈ ਕੰਡਿਆਂ 'ਤੇ ਪਿਆ, ਕੋਈ ਉਲਟਾ ਹੋ ਕੇ ਲੱਗ ਜਾਏ, ਕਿ ਇਹੋ ਜਿਹੀਆਂ ਚੀਜ਼ਾਂ ਦੇ ਭਗਤੀ ਕਰਨ ਦਾ ਮੈਨੂੰ ਕੋਈ ਸ਼ੌਂਕ ਨਹੀਂ ਹੈ, ਨਾ ਕੁਛ ਪਰਮਾਤਮਾ ਦਾ ਮਿਲਣ ਦਾ ਹੈਗਾ। ਮੈਨੂੰ ਕੀ ਚਾਹੀਦਾ, ਜੂਝ ਮਰਮ ਵਣ ਮੇ ਤਤ ਪੈ ਸ਼ਾਮ ਉੱਪਰ ਪਾਵੇ। ਮੈਂ ਚਾਹੁੰਦਾ ਕਿ ਅੱਛੇ ਕੰਮ ਲਈ, ਨੋਬਲ ਕਾਜ਼ ਵਾਸਤੇ ਮੈਂ ਆਪਣੀ ਜ਼ਿੰਦਗੀ ਲਾਵਾਂ। ਇਹਦੇ 'ਚ ਕਨਸੈਪਟ ਇਹ ਸ਼ਬਦ 'ਚ ਦਿਖਾਏ ਗਏ। ਅੱਜ ਮੈਂ 2 ਸ਼ਬਦ ਇਹਨਾਂ ਨੂੰ ਦਿੱਤੇ ਨੇ। ਇਹ ਜਿਹੜੀ ਹੈਗੀ ਹੈ ਜਗ ਕੇ ਨਈਆ ਕੇ ਖਵਈਆ, ਇਹਨੇ ਲਿਖਿਆ ਹੈਗਾ ਇਹਦੇ 'ਚ ਆਉਂਦਾ ਹੈ ਡੇਰਾ ਮਸੀਤ ਸੋਈ ਪੂਜਾ ਨਮਾਜ਼ ਸੋਈ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਵੋ। ਇਹ ਇਹਨਾਂ ਨੇ 5 ਲੈਂਗੁਏਜ ਲਿਖਤਾ ਹੈ। इधर पंजाबी भी लिखती है, हिंदी भी लिखती है, उर्दू भी लिखती है, ये बंगाली भी लिखती है, पर्शियन भी लिखती है, क्योंकि ही नोज मैनी लैंगुएजेस। ठीक है, ਉਹਦੇ ਵਿੱਚ ਇਹਨੇ ਲਿਖ ਦਿੱਤਾ। ਇਹਦੇ 'ਚ ਫਿਰ ਲਿਖਿਆ ਆਹ ਜਿਹੜੇ ਸਾਰੇ ਬਿਠਾਏ ਨੇ, ਇਹ ਸਾਰੇ ਇਹਨਾਂ ਨੇ ਲਿਖ ਕੇ ਵਿੱਚ ਲਗਾਤੇ ਨੇ। हिंदू तुर्क को राफी इमाम साफी मानस की जात सभे को। जे भी चाहे हिंदू ने, तुर्क ने, ਕੋਈ ਵੀ ਹਨਗੇ ਨੇ, ਉਹਨਾਂ ਦੀ ਸਾਰਿਆਂ ਦੀ ਜਾਤ ਇੱਕੋ ਹੀ ਹੈ। ਸਾਨੂੰ ਉਹ 'ਚ ਡਰਨਾ ਹੀ ਚਾਹੀਦਾ। ਅਸੀਂ ਇਕੁਅਲ ਬੰਦੇ ਹਾਂ, ਕਿਸੇ ਨੂੰ ਘਬਰਾਉਣਾ ਚਾਹੀਦਾ। ਜਾਤ ਸਾਡੀ, ਅਸੀਂ ਜਨਮ ਤੋਂ ਨਹੀਂ ਅਸੀਂ ਬਣ ਕੇ ਆਉਂਦੇ ਸਿੱਖਾਂ ਜਾਂ ਹਿੰਦੂਆਂ ਜਾਂ ਮੁਸਲਮਾਨ ਹਾਂ। ਠੀਕ ਹੈ, ਅਤੇ ਇਹ ਨਹੀਂ ਹੈ ਕਿ ਵੀ ਜੇ ਤੁਹਾਡੇ ਮਾਂ-ਬਾਪ ਸਿੱਖ ਸੀਗੇ ਤਾਂ ਤੁਸੀਂ ਵੀ ਸਿੱਖ ਹੋਵੋਗੇ। ਮਤਲਬ ਤੁਸੀਂ ਉਹ ਅਟੇਨ ਕਰਨੀ ਉਹ ਚੀਜ਼ ਨੂੰ, ਮਤਲਬ ਇਹ ਸਾਰਾ ਉਹ ਕਨਸੈਪਟ ਦਿਖਾਇਆ। ਫਿਰ ਉਹਨਾਂ ਨੇ ਕੁਰਬਾਨੀਆਂ ਦੇ ਕੇ ਸਾਰੇ ਜਿਹੜੇ ਉਹਨਾਂ ਦੀ ਵੋਟ 'ਚ ਆਏ ਨੇ ਉਹਨਾਂ ਨੂੰ ਸਿਰੇ 'ਤੇ ਲਗਾਤਾ, ਕੁਰਬਾਨੀ ਵੀ ਆਪਣੀਆਂ ਦਿੱਤੀਆਂ ਨੇ। ਇਹ ਕਨਸੈਪਟ ਸਾਰਾ ਇਸ ਪੇਂਟਿੰਗ ਦਿਖਾਇਆ ਗਿਆ। ਇਹ ਮੈਂ ਜਸਟ ਉਹਨਾਂ ਵਾਸਤੇ ਮੈਂ ਦੱਸਿਆ। ਇਹ 1914 'ਚ ਉਹਨਾਂ ਦਾ ਜਨਮ ਹੋਇਆ ਅਤੇ 1990 'ਚ ਇਹਨਾਂ ਦੀ ਡੈਥ ਹੋਈ ਹੈ। ਅਤੇ ਇਹ CM ਸਾਹਿਬ ਨੇ 25/11/1973 ਨੂੰ ਪਟਿਆਲੇ ਆ ਕੇ ਸਪੈਸ਼ਲੀ ਉਹ ਕਹਿੰਦੇ ਜੀ ਮੈਂ ਆ ਕੇ ਤੁਹਾਡੇ ਸਨਮਾਨ ਕਰਨਾ ਕਰਕੇ ਉੱਥੇ ਹੀ ਕੀਤਾ ਸੀਗਾ। ਤਾਂ ਉਹ ਉਦੋਂ ਦੀ ਹੈਗੀ, ਫੋਟੋਆਂ ਵੀ ਪਈਆਂ ਨੇ। ਅਤੇ ਫਿਰ ਇਹ ਲੈਂਗੁਏਜ ਡਿਪਾਰਟਮੈਂਟ ਨੇ 70 ਸਾਲ ਦੇ ਉੱਤੇ ਇੱਕ ਕਿਤਾਬ ਛਪਾਈ ਸੀ ਇਹਨਾਂ ਦੀ। ਇਹਨੂੰ ਔਨਰ ਕੀਤਾ ਕਿ 70 ਸਾਲ ਤੋਂ ਬਾਅਦ ਕਿ ਵੀ ਤੁਸੀਂ ਰਿਟਾਇਰ ਤੋਂ ਹੋ ਗਏ ਹੋ, ਤੁਸੀਂ ਆਓ। ਅਤੇ ਅਸੀਂ ਇਹਨੂੰ ਆਪਣੀ ਸੈਂਟਰਲ ਲਾਇਬ੍ਰੇਰੀ 'ਚ ਬੁਲਾ ਕੇ ਫਿਰ ਇਹਨਾਂ ਦਾ ਸਨਮਾਨ ਕੀਤਾ, ਸਪੈਸ਼ਲ ਫੰਕਸ਼ਨ ਕੀਤਾ ਸੀ। ਇਹ ਫਿਰ ਹੈਗਾ ਆਪਣਾ ਗੋਲਡ ਜੇ ਆਪਣਾ ਇੱਥੇ PhD ਡਿਗਰੀ ਪੰਜਾਬੀ ਯੂਨੀਵਰਸਿਟੀ 'ਚ ਕੀਤੀ ਹੈ, ਆਰਟ ਆਫ ਤਰਲੋਕ ਸਿੰਘ। ਆਰਟ 'ਤੇ ਕਿਸੇ ਦੇ ਇੱਕ ਆਰਟ ਇਸ 'ਤੇ ਉਹਦੇ ਕੰਮ 'ਤੇ ਕੋਈ PhD ਨਹੀਂ ਹੈਗੀ। ਅਦਰਵਾਈਜ਼ ਕੋਈ ਵੀ ਅਲੱਗ PhD ਆਉਂਦੀਆਂ ਨੇ। ਕੰਮ 'ਤੇ ਪਹਿਲੇ ਆਰਟਿਸਟ ਨੇ ਜਿਨ੍ਹਾਂ ਦੇ ਕੰਮ 'ਤੇ PhD ਕੀਤੀ ਹੋਈ ਹੈ। ਇਹਨੇ ਕਾਫੀ ਮਿਹਨਤ ਕੀਤੀ ਇਹਨਾਂ ਨੇ। ਫਿਰ ਇਹਨਾਂ ਨੇ ਜਿਹੜੇ ਸੀਗੇ ਸੋਸ਼ਲ ਅਲੱਗ-ਅਲੱਗ ਡਿਫਰੈਂਟ ਟਾਈਪ ਦੇ, ਮੇਨ ਇਹਨਾਂ ਇਨਸਾਈਕਲੋਪੀਡੀਆ ਦਾ ਕੰਮ ਅੱਜ ਤੱਕ ਨਹੀਂ ਕੀਤਾ, ਉਹ ਵੀ ਇਹਨਾਂ ਨੇ ਬਹੁਤ ਕੀਤਾ ਹੋਇਆ ਹੈ, ਮੈਂ ਅੱਜ ਤੱਕ ਲੱਗੇ ਨਹੀਂ ਹੈ। ਅਤੇ ਇਹ ਫਿਰ ਹੈਗੇ ਨੇ ਪੰਜਾਬੀ, ਹਿੰਦੀ, ਉਰਦੂ ਲਿਖ ਦਿੱਤਾ ਹੈਗਾ। ਫਿਰ ਇਹ ਡਾਕਟਰ ਗੰਡਾ ਸਿੰਘ ਇਹਨਾਂ ਨੇ ਲਿਖਿਆ ਸੀ, ਕਿਉਂਕਿ 1900 ਜੋ ਸਟੇਟ ਆਰਟਿਸਟ ਸੀ ਪਟਿਆਲੇ, ਤਾਂ ਉਹਨਾਂ ਨੇ ਲਿਖਿਆ ਸੀ ਕਿ ਦੁਰਲਭ ਜਿਹੜੇ 1945 'ਚ ਸਾਡੇ ਕੋਲ 35 'ਚ ਬਣੀਆਂ ਹੋਈਆਂ ਸੀਗੀਆਂ, ਉਹਨੂੰ ਇੱਕ ਕੰਮ ਸੀਗਾ ਇਹਦੇ ਤੋਂ ਜਿਹੜਾ ਇਹਨਾਂ ਨੇ ਜਿਹੜਾ ਮਹਾਨ ਕੋਸ਼ ਬਣਾਇਆ ਹੈਗਾ। ਉਦੋਂ ਉਸ ਟਾਈਮ ਖਰੜੇ ਹੁੰਦੇ ਸੀ, ਖਰੜੇ ਬਣਾਏ ਜਾਂਦੇ ਸੀ, ਕੱਟ ਕੇ ਪੀਸ ਲੱਗਦੇ ਸੀ, ਫਿਰ ਉਹ ਬਲਾਕ ਬਣਦੇ ਸੀ।
ਉਹ ਜਾ ਕੇ ਫਿਰ ਛਪਿਆ ਸੀ ਪਹਿਲੀ ਜਿਹੜਾ ਵੋਲੀਅਮ ਸੀਗਾ। ਉਸ ਫਿਰ ਡਾਕਟਰ ਗੰਡਾਨਿਤ ਸਿੰਘ ਨੇ ਲਿਖਿਆ ਕਿ ਵੀ ਇਹਨਾਂ ਜੋ ਜਾਨਮਾਵੀ ਨਾਲ ਕੰਮ ਕੀਤਾ, ਜੋ ਇਹਨਾਂ ਨੂੰ ਕਹਿਣਗੇ ਤਾਂ ਬਾਕੀ ਵੀ ਇਹਨਾਂ ਤੋਂ ਮਤਲਬ ਕਿ ਇਹਨਾਂ ਦੇ ਧੰਨਵਾਦੀ ਹੋਣਗੇ, ਜੋ ਉਹਨਾਂ ਤੋਂ ਗਿਆਨ ਉਹ ਤੋਂ ਪ੍ਰਾਪਤ ਕਰਨਗੇ। ਇਹ ਫਿਰ ਸਵਰਨ ਸਿੰਘ ਬੋਪਾਰਾ ਨੇ ਕਿ ਵੀ ਇਹਨਾਂ ਦੀਆਂ ਪੇਂਟਿੰਗਾਂ ਨੇ ਐਂ ਖੁਸ਼ਬੂ ਆਉਂਦੀ ਹੈ ਜਿਵੇਂ ਫਲਾਵਰ ਦੀ ਖੁਸ਼ਬੂ ਆਉਂਦੀ ਹੈ, ਅਤੇ ਗੁਰਬਾਣੀ ਦਾ ਉਹਨਾਂ ਨੇ ਆਪਣੇ ਹੀ ਸਟਾਈਲ ਦੇ ਵਿੱਚ ਸਾਰਾ ਕੁਛ ਐਕਸਪਲੇਨ ਕੀਤਾ ਹੈ ਅਤੇ ਇਹਨਾਂ ਦਾ ਲਿਖਿਆ ਸੀ। ਇਹ ਮੈਂ ਜਸਟ ਤੁਹਾਡੇ ਲਗਾਇਆ। ਇਹ ਬੀਬੀ ਸ਼ਰਨ ਕੌਰ ਹੈ, ਇਹਦਾ ਤਾਂ ਤੁਹਾਨੂੰ ਪਤਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਉੱਥੋਂ ਜਦੋਂ ਪੰਜ ਪਿਆਰਿਆਂ ਨੇ ਕਿਹਾ ਕਿ ਵੀ ਅਸੀਂ ਮਤਲਬ ਕਿ ਗੁਰੂ ਨੂੰ ਕਿਹਾ, ਹੁਕਮ ਦਿੱਤਾ ਕਿ ਵੀ ਤੁਸੀਂ ਇੱਥੋਂ ਜਾਓ, ਤਾਂ ਉਹ ਉਹਨਾਂ ਨੇ ਫਿਰ ਕੀ ਹੈ ਤਾੜੀ ਮਾਰ ਕੇ ਉੱਥੋਂ ਨਿਕਲੇ ਨੇ। ਅਤੇ ਉਹਨੇ ਲਿਖਿਆ ਹੈ ਕਿ ਪੀਰੇ ਹਿੰਦ ਰਵਾ ਹੈ। ਰਵਾ ਦਾ ਮਤਲਬ ਕਿ ਉਹ ਜਾ ਰਹੇ ਨੇ, ਮਤਲਬ ਕਿ ਜਿਹਨੇ ਫੜਨਾ ਫੜ ਲਓ, ਮਤਲਬ ਕਿ ਇਹ ਚੈਲੰਜ ਕਰਕੇ ਚੱਲੇ। ਉਸ ਤੋਂ ਬਾਅਦ ਫਿਰ ਇਹਦੇ ਸ਼ਾਇਦ ਉਹਨਾਂ ਦਾ ਘਰ ਵਾਲਾ ਸੀਗਾ ਜਿਹੜਾ ਸੀਗਾ, ਇਹਨਾਂ ਫਿਰ ਰਾਤ ਨੂੰ ਆ ਕੇ ਉਹ ਬੱਚਿਆਂ ਨੂੰ ਕਿਹਾ, ਉਹ ਕਹਿੰਦੇ ਜੀ ਬੱਚੇ ਪਏ ਨੇ ਤੁਹਾਡੇ, ਇਹਨਾਂ ਦੇ ਕੋਈ ਕੱਪੜਾ ਹੈਗਾ? ਨਹੀਂ ਕੋਈ ਗੱਲ ਨਹੀਂ ਹੈ, ਤੁਸੀਂ ਇੱਦਾਂ ਹੀ ਬਾਕੀ ਜ਼ਿੰਦਗੀ ਮੇਰੇ ਬੱਚੇ ਨੇ, ਇਹਨਾਂ 'ਤੇ ਕੋਈ ਕੱਪੜਾ ਨਹੀਂ ਦੇਣਾ। ਫਿਰ ਇਹ ਸ਼ਰਨ ਕੌਰ ਉਹਦੇ ਪਿੰਡ 'ਚ ਨੇੜੇ ਪਿੰਡ ਤੋਂ ਸੀਗੀ। ਇਹ ਸ਼ਰਨ ਕੌਰ ਪਹਿਲੀ ਸ਼ਹੀਦ ਲੇਡੀ ਅਸੀਂ ਕਹਿੰਦੇ ਹਾਂ ਇਹਨੂੰ। ਇਹ ਆ ਕੇ ਫਿਰ ਰਾਤ ਨੂੰ ਇਹਨੇ ਇਕੱਠੀਆਂ ਕੀਤੀਆਂ ਲੱਕੜਾਂ, ਸਭ ਦੇ ਜੋ ਵੀ ਬਾਡੀਜ਼ ਪਈਆਂ ਸੀਗੀਆਂ ਇਹਨੂੰ ਜਲਾਈਆਂ। ਬਾਅਦ 'ਚ ਫਿਰ ਜਦੋਂ ਇਹਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਫਿਰ ਇਹਦੇ 'ਚ ਫਿਰ ਇਹਨਾਂ ਨੇ ਖੁਦ ਵੀ ਆਪਣਾ ਸੰਸਕਾਰ ਕਰ ਲਈ। ਪਹਿਲੀ ਸ਼ਹੀਦ ਲੜਕੀ ਹੈਗੀ ਹੈ। ਇਹ ਜਿਹੜੀ ਪੇਂਟਿੰਗ ਹੈਗੀ ਹੈ, ਇਹਦੇ 'ਚ ਹੈ ਰਹਿਤ ਪਿਆਰ ਵੀ ਮੁਝ ਕੋ ਸਿੱਖ ਪਿਆਰਾ ਨਹੀਂ। ਰਹਿਤ ਉਹ ਤੱਕੜੀ ਕਹੀ ਹੈ ਕਿ ਵੀ ਜੇ ਤੁਹਾਡੇ ਕੋਲ ਰਹਿਤ ਹੈ ਸਿੱਖ ਦੀ, ਫਿਰ ਤਾਂ ਤੁਸੀਂ ਸਿੱਖ ਹੋਗੇ ਹੋ। ਜੇ ਤੁਸੀਂ ਮਤਲਬ ਕਿ ਸਿੱਖ ਪਿਆਰਾ ਨਹੀਂ, ਜੇ ਤੁਸੀਂ ਪਗੜੀ ਬੰਨ ਲਈ ਹੈ ਜਾਂ ਤੁਸੀਂ ਕੱਪੜਾ ਰੱਖਿਆ ਤਾਂ ਹੈ ਨਹੀਂ, ਰਹਿਤ ਨਹੀਂ ਹੈਗੀ, ਫਿਰ ਮੇਰਾ ਤੁਸੀਂ ਸਿੱਖ ਨਹੀਂ ਬਣ ਸਕਦੇ। ਇਹ ਇੱਕ ਸਟੋਰੀ ਇੱਥੇ ਆਉਂਦੀ ਹੈ ਜਿਹਨੂੰ ਉਹ 'ਚ ਦੱਸਿਆ ਕਿ ਵੀ ਰਾਜੇ ਦਾ ਲੜਕਾ ਸੀ, ਉਹ ਗਲਾਸ ਪਾਣੀ ਦੇਣ ਗਿਆ ਅਤੇ ਉਹਨੇ ਜਾ ਕੇ ਉਹ ਕਹਿੰਦੇ ਵੀ ਤੂੰ ਹੱਥ ਦੇ ਬੜੇ ਕੋਮਲ ਨੇ, ਉਹ ਕਹਿੰਦੇ ਜੀ ਮੈਂ ਹੱਥ ਤੋਂ ਕੀ ਪਾਣੀ ਤੁਹਾਡੇ ਕੋਲ ਪੀਵਾਂ, ਮੈਂ ਤਾਂ ਅੱਜ ਪਹਿਲੀ ਵਾਰੀ ਤੁਹਾਡੇ ਲਿਆ। ਉਹ ਕਹਿੰਦੇ ਨਹੀਂ, ਜੇ ਤੂੰ ਸਿੱਖ ਬਣਨਾ ਵੀ ਹੈ ਤਾਂ ਪਹਿਲਾਂ ਰਹਿਤ ਹੋਣੀ ਚਾਹੀਦੀ, ਸੇਵਾ ਤਾਂ ਹੋਣੀ ਚਾਹੀਦੀ ਹੈ। ਉਹ ਲਿਖਿਆ ਰਹਿਣੀ ਰਹੇ ਸਿੱਖ, ਰਹਿਣੇ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਲਾ। ਜੇ ਤੂੰ ਸਿੱਖ ਹੈ ਮੈਂ ਤੇਰਾ ਚੇਲਾ ਵੀ ਹਾਂਗਾ। ਫਿਰ ਜੇ ਤੂੰ ਸਿੱਖ ਹੈਗਾ ਸਹੀ ਢੰਗ ਨਾਲ ਹੈਗਾ, ਨਹੀਂ ਫਿਰ ਠੀਕ ਹੈ। ਫਿਰ ਬਿਨ ਸੇਵਾ ਤੇ ਹੱਥ ਪੈਰ, ਜੇ ਹੱਥਾਂ ਨਾਲ ਕੋਈ ਸੇਵਾ ਨਹੀਂ ਕੀਤੀ, ਕਿਸੇ ਦਾ ਕੋਈ ਚੈਰਿਟੀ ਨਹੀਂ ਕੀਤੀ, ਮਦਦ ਨਹੀਂ ਕੀਤੀ, ਹੋਰ ਨੇਫਲ ਕਰਨੀ, ਇਹਦੇ ਵਿੱਚ ਉਹ ਸਾਰੀ ਚੀਜ਼ ਜਿਹੜੇ ਕਨਸੈਪਟ ਇਹਦੇ 'ਚ ਉਹ ਕਨਸੈਪਟ ਦਿਖਾਇਆ ਗਿਆ ਇਹਦੇ ਵਿੱਚ। ਅਤੇ ਅੱਛਾ ਫਿਰ ਇਹ ਆਉਂਦਾ ਹੈਗਾ, ਇਹ ਦਿਖਾਇਆ ਗਿਆ ਇਹੀ ਹੈ ਜੂਝ ਮਣ ਮੇ ਤਜ ਪੈ ਛਾਪ, ਉੱਥੋਂ ਦੇ ਜਿਹੜੇ ਹਥਿਆਰ ਜਿਹੜੇ ਪੁਰਾਣੇ ਇਹਨਾਂ ਕੋਲ ਸੀਗੇ ਉਸ ਟਾਈਮ ਦੇ ਦਿਖਾਉਂਦੇ ਰਹੇ ਨੇ। ਅਤੇ ਇਹ ਉੱਥੋਂ ਦੀ ਸ਼ਾਇਦ ਮੈਨੂੰ ਲੱਗਦਾ ਹੈ ਗੜੀ ਦੀ ਫੋਟੋ ਬਣਾ ਕੇ ਗਏ ਨੇ। ਅਤੇ ਉੱਦਾਂ ਹੀ ਇਹਨਾਂ ਕੋਲ ਹਥਿਆਰ, ਕਿਉਂਕਿ ਸਾਰੇ ਗੁਰੂ ਗੋਬਿੰਦ ਸਿੰਘ ਨੂੰ ਕਦੇ ਵੀ ਉਹਨਾਂ ਹਥਿਆਰ ਤੋਂ ਬਗੈਰ ਨਹੀਂ ਦਿਖਾਇਆ ਗਾ। ਅੱਜ ਕੱਲ੍ਹ ਤਾਂ ਕੀ ਹੈ ਨਵੀਆਂ ਨੇ ਇਕੱਲੀ ਕਿਰਪਾਨ ਦਿਖਾ ਦਿੰਦੇ, ਕਿਰਪਾਨ ਨਾਲ ਕੜੇ ਦਿਖਾ ਦਿੰਦੇ ਨੇ। ਉਹ ਕਹਿੰਦੇ ਨਹੀਂ, ਕਹਿੰਦੇ ਜਿਹੜਾ ਸੰਕਲਪ ਸੀ ਉਹਨਾਂ ਦਾ ਜਦੋਂ ਵੀ ਗੁਰੂ ਗੋਬਿੰਦ ਸਿੰਘ ਬਣਾਉਣਾ ਉਹਦੇ ਕੋਲ ਸਾਰੇ ਹਥਿਆਰ ਹੋਣੇ ਚਾਹੀਦੇ, ਚਾਹੇ ਨੇੜੇ ਪਏ ਹੋਣ, ਪਿੱਛੇ ਆ ਢਾਲ ਢੁਲ ਸਭ ਕੁਝ ਉਹਨਾਂ ਕੋਲ ਹੋਣਾ ਚਾਹੀਦਾ। ਤੋਪਾਂ ਸਾਈਡ ਦੇ ਉੱਤੇ ਜਿਹੜੀਆਂ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ, ਨਗਾਰਾ ਵੀ ਹੋਣਾ ਚਾਹੀਦਾ ਲੋੜ ਵਜਾਉਣ ਵਾਸਤੇ। ਇਹ ਮਤਲਬ ਕਿ ਉਹ ਕਨਸੈਪਟ ਹੈ ਕਿ ਬਗੈਰ ਹਥਿਆਰਾਂ ਤੋਂ, ਮਤਲਬ ਕਿ ਉਹ ਕਹਿੰਦੇ ਸੀ ਇਹ ਭੇਡ ਵਾਂਗੂ ਹੈ। ਅਤੇ ਇਹ ਮਤਲਬ ਕਿ ਅਸੀਂ ਅੱਜ ਇਕੱਲੀ ਕਿਰਪਾਨ ਨਾਲ ਵੀ ਫੋਟੋਆਂ ਦਿਖਾਉਂਦੇ, ਪਰ ਇਹ ਕਹਿੰਦੇ ਨਹੀਂ ਮੈਂ ਫੋਟੋ ਨਹੀਂ ਦਿਖਾਉਣੀ, ਸਭ ਚੀਜ਼ ਕਨਸੈਪਟ ਦਿਖਾਉਣਾ। ਇਹ ਜਿਹੜਾ ਹੈਗਾ ਆਪਾਂ ਜਿਹੜਾ ਕਰਦੇ ਹਾਂ, ਇਹ ਉਹਨਾਂ ਦੀ ਅਖੀਰਲੀ ਪੇਂਟਿੰਗ ਬਣਾ ਰਹੇ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਹੈ। ਆਸ ਕਿਰਪਾਨ ਖੰਡੋ ਖੜਗ ਤੁਮ ਕਰ ਤੀਰ, ਸਾਹਿਬ ਸੋਈ ਸਹਿਤੀ ਜਹੀ ਮਾਰ ਪੀਰ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਕਿਹਾ ਕਿ ਵੀ ਜਿੱਥੇ ਸ਼ਸਤਰ ਨਮਸਕਾਰ ਤਾਮ, ਮੈਂ ਉੱਥੇ ਹੀ ਨਮਸਕਾਰ ਜਿੱਥੇ ਸ਼ਸਤਰ ਦੇਖਦਾ। ਅਤੇ ਜਿਹੜੇ ਆਸ ਕਿਰਪਾਨ ਇਹ ਸਾਰਾ ਕੁਝ ਉਹਦੀ ਦਿਖਾਇਆ ਗਿਆ। ਅਤੇ ਇਹ ਹੋਇਆ ਕਿ ਦੇਗੋ ਤੇਗੋ ਫਤਿਹ ਵੀ ਲਿਖਿਆ ਇਹਨਾਂ ਨੇ ਜੋ ਕਨਸੈਪਟ ਦਿੱਤਾ। ਕਨਸੈਪਟ ਇਹ ਸੀ ਕਿ ਜਿਹੜੇ ਹਥਿਆਰ ਬਣੇ, ਲੋਹਾਰ ਪਹਿਲਾਂ ਆਪਣੇ ਪੈਰਾਂ ਦੇ ਨਾਲ ਉੱਥੇ ਉਹਨੇ ਕੁੱਟ ਕੇ ਬਣਾਉਂਦੇ ਸੀਗੇ, ਲੋਹਾਰ ਬਣਾਉਂਦੇ ਸੀਗੇ। ਉਸ ਤੋਂ ਬਾਅਦ ਸਿਕਲੀ ਕਰ ਹੁੰਦੇ ਸੀਗੇ, ਪੈਰਾਂ ਹੇਠਾਂ ਲੈ ਕੇ ਤਿੱਖੀ ਕਰਦੇ ਸੀ। ਸਭ ਕੁਝ ਕਰਨ ਤੋਂ ਬਾਅਦ ਮਤਲਬ ਕਿ ਇਹਨੂੰ ਲੈ ਕੇ ਇੱਥੇ ਜਦ ਨਿਹੰਗ ਸਿੰਘ ਆਏ ਤਾਂ ਇਹਨਾਂ ਨੇ ਕਿਹਾ ਕਿ ਵੀ ਗੁਰੂ ਮਹਾਰਾਜ ਨੇ ਸਾਨੂੰ ਕਿਹਾ ਕਿ ਵੀ ਇਹ ਤਾਂ ਸ਼ਾਸਤਰ ਜਿਹੜੇ ਨੇ ਸਾਡੇ ਸਿਰ 'ਤੇ ਰੱਖਣ, ਮਤਲਬ ਕਿ ਅਸੀਂ ਤਾਂ ਨਮਸਕਾਰ ਕਰਨੀ ਹੈ, ਤੁਸੀਂ ਪੈਰਾਂ ਹੇਠਾਂ ਲਈ ਬੈਠੇ ਹੋ। ਕੋਈ ਘਸਾ ਰਿਹਾ ਪੈਰਾਂ ਹੇਠਾਂ ਲਈ, ਉਹ ਤਿੱਖਾ ਕਰ ਰਿਹਾ ਪੈਰਾਂ ਹੇਠਾਂ ਲਈ, ਇਹ ਤਾਂ ਹੈ ਨਹੀਂ, ਤੁਸੀਂ ਪੈਰ ਨੂੰ ਮਤਲਬ ਲਾ ਨਹੀਂ ਸਕਦੇ, ਪੈਰ ਨਹੀਂ ਲਾ ਸਕਦੇ। ਅਤੇ ਉਹਨਾਂ ਨੇ ਫਿਰ ਜਦੋਂ ਥੋੜ੍ਹੀ ਬਹੁਤੀ ਲੜਾਈ ਹੋਈ ਤਾਂ ਉਹਨਾਂ ਨੇ ਕਿਹਾ ਜਿਵੇਂ ਤੁਸੀਂ ਦੱਸੋ ਕਿੱਦਾਂ ਕਰਨਾ ਹੈਗਾ। ਉਹਨਾਂ ਨੇ ਕਿਹਾ ਜੀ ਅਸੀਂ, ਉਹਨਾਂ ਨੇ ਫਿਰ ਕੀ ਹੈ ਆਪਣੇ ਹਥਿਆਰ ਜਿਹੜੇ ਸੀਗੇ ਟੋਕਰ ਵਿੱਚ ਪਾ ਕੇ, ਜਿਵੇਂ ਆ ਬਾਹਰ ਹਾਰ ਲਏ ਨੇ ਇੱਦਾਂ ਹਾਰ ਪਾ ਕੇ ਗੁਰੂ ਗੋਬਿੰਦ ਸਿੰਘ ਟਿਕਾ ਤੇ। ਫਿਰ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨੂੰ ਕਿਹਾ ਠੀਕ ਹੈ ਜਿਹੜੇ ਸ਼ਸਤਰ ਨੇ ਠੀਕ ਹੈ, ਉਹ ਜਿਹੜੇ ਹਨਗੇ ਨੇ ਉਹ ਆਪਣੇ ਅਸੀਂ ਮੰਨਦੇ ਹਾਂ ਕਿ ਉਹ ਸਾਡੇ ਪੀਰ ਨੇ, ਅਸੀਂ ਉਹਨਾਂ ਤੋਂ ਬਗੈਰ ਕੁਛ ਵੀ ਨਹੀਂ ਆਂਗੇ, ਭੇਡਾਂ ਵਾਂਗੂ ਹਾਂ, ਬਟ ਉਹ ਅਸੀਂ ਪੂਜਦੇ ਹਾਂ, ਸਾਡੇ ਕੋਲ ਹੋਣੇ ਚਾਹੀਦੇ, ਹਮੇਸ਼ਾ ਹੋਣੇ ਚਾਹੀਦੇ ਨੇ। ਬਟ ਜਿਹੜੇ ਉਹਨੂੰ ਬਣਾਉਣ ਵਾਲੇ ਨੇ ਉਹ ਉਹਨਾਂ ਦੇ ਵੀ ਪੀਰ ਨੇ,
ਇਸ ਕਰਕੇ ਸਾਨੂੰ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਕਦੇ ਵੀ ਤਿਰਸਕਾਰ ਨਹੀਂ ਕਰਨਾ। ਉਹਨਾਂ ਦੀ ਵੀ ਸਾਡੇ ਇੱਜ਼ਤ ਹੈ, ਉਹ ਉਹਨਾਂ ਦੇ ਪੀਰ ਨੇ, ਅਸੀਂ ਸ਼ਸਤਰ ਪੀਰ ਨੇ, ਉਹ ਜੋ ਬਣਾਉਣ ਵਾਲੇ ਨੇ ਉਹਨਾਂ ਦੇ ਪੀਰ ਨੇ। ਇਸ ਕਰਕੇ ਅਸੀਂ ਉਹਨਾਂ ਨੂੰ ਵੀ ਇਹਨਾਂ ਨੂੰ ਕਰਦੇ ਹਾਂ। ਅੱਜ ਮੈਂ NIK ਪੇਂਟਿੰਗ ਲੈ ਕੇ, ਉਦੋਂ ਪਹਿਲਾਂ ਇਹ ਸੀਗਾ ਕਿ ਵੀ ਜਦੋਂ ਤੱਕ ਆਰਟਿਸਟ ਜਦੋਂ ਕਿਸੇ ਲੈਵਲ 'ਤੇ ਪਹੁੰਚਦਾ ਸੀ ਉਦੋਂ ਹੀ ਗੁਰੂ ਨਾਨਕ ਗੁਰੂ ਗੋਬਿੰਦ ਜਾਂ ਪੀਰਾਂ ਦੀ ਫੋਟੋ ਨੂੰ ਹੱਥ ਲਾਉਂਦਾ ਸੀ। ਅੱਜ ਕੱਲ੍ਹ ਤਾਂ 8ਵੀਂ ਤੋਂ ਵੀ ਲੱਗਣ ਲੱਗ ਗਏ ਨੇ ਬੱਚੇ। ਇਹ ਥੋੜ੍ਹਾ ਜਿਹਾ ਖਿਆਲ ਰੱਖਣ ਦੀ ਗੱਲ ਹੈ। ਇੰਨਾ ਕਹਿੰਦੇ ਹੋਏ ਮੈਂ ਆਪਣਾ ਡਿਪਾਰਟਮੈਂਟ ਹੈ ਗੁਰੂ ਗੋਬਿੰਦ ਸਿੰਘ ਮਤਲਬ ਡਾਕਟਰ ਗੁਰਮੀਤ ਸਿੰਘ ਜੀ ਹੈੱਡ ਆਫ ਡਿਪਾਰਟਮੈਂਟ, ਅਤੇ ਆਪਣੇ ਚੇਅਰ ਗੁਰੂ ਗੋਬਿੰਦ ਸਿੰਘ ਭਵਨ